हाँ जी दोस्तों, अज आप एक्सरसाइज 8.2 शुरू करन जा रहे हैं। इस एक्सरसाइज नूं सॉल्व करन दे लई सब तो पहलां आपां नूं कुछ क वैल्यूज़ याद होनी जरूरी ने, जो कि एंगल ने 0 डिग्री, 30 डिग्री, 45 डिग्री, 60 डिग्री तो 90 डिग्री। इन्हां दे अड अड ने साइन थीटा, कोस थीटा, टैन, कोसिकेंट, सीकेंट ते कोट थीटा। इन्हां सारिਆਂ दी आपां नूं वैल्यूज़ याद होनी चाहिए ने, मतलब अड अड एंगल ते इन्हां दी की वैल्यू हुंदी आ। ਤਾਂ ਇਹਨਾਂ ਨੂੰ ਯਾਦ ਕਰਨ ਤੋਂ ਬਾਅਦ ਹੀ ਆਪਾਂ 8.2 ਐਕਸਰਸਾਈਜ਼ ਸੋਲਵ ਕਰ ਸਕਦੇ ਹਾਂ। ਤਾਂ ਸਭ ਤੋਂ ਪਹਿਲਾਂ ਸ਼ੁਰੂ ਕਿਵੇਂ ਕਰਨਾ, ਸਾਈਨ ਥੀਟਾ ਇੱਥੋਂ ਸ਼ੁਰੂ ਕਰਾਂਗੇ। ਸਾਈਨ 0 ਦੀ ਵੈਲਿਊ ਹੁੰਦੀ ਹੈ 0, ਸਾਈਨ 0 ਦੀ ਵੈਲਿਊ 0 ਹੁੰਦੀ ਆ। ਸਾਈਨ 30 ਦੀ ਵੈਲਿਊ ਹੁੰਦੀ ਆ 1/2। ਸਾਈਨ 45 ਦੀ ਵੈਲਿਊ ਹੁੰਦੀ ਆ 1/√2। ਸਾਈਨ 60 ਦੀ ਵੈਲਿਊ ਹੁੰਦੀ ਆ √3/2 ਤੇ ਸਾਈਨ 90 ਦੀ ਵੈਲਿਊ ਹੁੰਦੀ ਆ 1। ਉਵੇਂ ਕੋਸ ਥੀਟਾ ਸਾਈਨ ਥੀਟੇ ਦਾ ਓਪੋजिट ਆ। ਜਿੱਦਾਂ ਸਾਈਨ 90 ਦੀ ਵੈਲਿਊ 1 ਆ ਤਾਂ ਕੋਸ 0 ਦੀ ਵੈਲਿਊ ਕਿੰਨੀ ਹੋਊਗੀ 1। ਸਾਈਨ 60 ਤੇ √3/2 ਆ ਤਾਂ ਕੋਸ 30 ਕਿੰਨਾ ਹੋਊਗਾ √3/2। ਸੈਂਟਰ 'ਚ 1/√2 ਆ ਤਾਂ ਇੱਥੇ ਵੀ 1/√2। ਤਾਂ ਇੱਥੇ ਸਾਈਨ 30 1/2 ਆ, ਕੋਸ 60 ਵੀ 1/2 ਹੁੰਦਾ ਤੇ ਸਾਈਨ 90 1 ਹੁੰਦਾ। ਕੋਸ ਥੀਟਾ ਕਿੰਨਾ ਹੋ ਜੂ ਇੱਥੇ 0 ਹੋ ਜੂ। ਤਾਂ ਅੱਗੇ ਟੈਨ ਥੀਟਾ ਤੁਹਾਡਾ ਕੀ ਹੁੰਦਾ, ਟੈਨ ਥੀਟਾ ਤੁਹਾਡਾ ਹੁੰਦਾ ਸਾਈਨ ਥੀਟਾ ਬਟਾ ਕੋਸ ਥੀਟਾ। ਹੁਣ ਟੈਨ 0 ਦੀ ਵੈਲਿਊ ਪਤਾ ਕਰਨੀ ਹੈ ਤਾਂ 0/1 ਕਰ ਦਾਂਗੇ, ਕਿੰਨਾ ਆ ਗਿਆ 0। ਟੈਨ 30 ਦੀ ਵੈਲਿਊ ਦੇਖਣੀ ਆਪਾਂ ਤਾਂ ਸਾਈਨ ਥੀਟਾ ਬਟਾ ਕੋਸ ਥੀਟਾ। ਸਾਈਨ ਥੀਟਾ ਤਾਂ ਟੈਨ 30 ਦੀ ਵੈਲਿਊ ਆਪਾਂ ਹੁਣ ਦੇਖਣੀ ਆ, ਉਹ ਕੀ ਹੋ ਜੂ ਸਾਈਨ ਥੀਟਾ ਬਟਾ ਕੋਸ ਥੀਟਾ। ਸਾਈਨ ਥੀਟਾ ਕਿੰਨਾ ਇੱਥੇ 1/2 ਅਤੇ ਕੋਸ ਥੀਟਾ ਕਿੰਨਾ √3/2। ਸੋਲਵ ਕਰਾਂਗੇ ਇਹਨੂੰ, ਆਹ 2 ਉੱਪਰ ਰਿਵਰਸ ਹੋ ਜੂਗਾ, 2/√3 ਬਣ ਜੂ, 2 ਨਾਲ 2 ਕੈਂਸਲ ਤਾਂ ਕਿੰਨੀ ਵੈਲਿਊ ਆ ਗਈ 1/√3। ਤਾਂ ਟੈਨ 30 ਦੀ ਵੈਲਿਊ ਕਿੰਨੀ ਆ ਗਈ 1/√3। ਟੈਨ 45 ਦੀ ਵੈਲਿਊ ਕਿੰਨੀ ਹੋ ਜੂ, ਸਾਈਨ ਬਟਾ ਕੋਸ ਕਰ ਦਾਂਗੇ, ਇਹ ਦੋਨੇ ਸੇਮ ਹੀ ਨੇ, 1/√2 ਬਟਾ 1/√2 ਕੈਂਸਲ ਹੋ ਕੇ 1 ਆ ਜੂਗਾ। ਟੈਨ 45 ਦੀ ਵੈਲਿਊ 1। ਟੈਨ 60 ਦੀ ਵੈਲਿਊ ਕਿੰਨੀ ਹੋ ਜੂ √3/2 ਬਟਾ 1/2। ਸੋਲਵ ਕਰਾਂਗੇ ਇਹਨੂੰ, √3/2 ਗੁਣਾ 2/1, 2 ਨਾਲ 2 ਕੈਂਸਲ, √3 ਆ ਗਿਆ ਤਾਂ ਇਹਦੀ ਵੈਲਿਊ ਕਿੰਨੀ ਹੋ ਗਈ √3। ਟੈਨ 90 ਦੀ ਵੈਲਿਊ ਕਿੰਨੀ ਹੁੰਦੀ ਆ 1/0। 1/0 ਨੂੰ ਆਪਾਂ ਕੀ ਕਹਿ ਦਿੰਦੇ ਹਾਂ ਨੋਟ ਡਿਫਾਈਨਡ। ਟੈਨ 90 ਦੀ ਵੈਲਿਊ ਕਿੰਨੀ ਹੁੰਦੀ ਆ ਨੋਟ ਡਿਫਾਈਨਡ, ਮਤਲਬ ਕਿ ਕੋਈ ਵੈਲਿਊ ਨਹੀਂ ਆਪਾਂ ਡਿਫਾਈਨ ਕਰ ਸਕਦੇ। ਉਸੇ ਤਰ੍ਹਾਂ ਕੋਸੀਕੈਂਟ, ਹੁਣ ਕੋਸੀਕੈਂਟ ਕੀ ਹੁੰਦਾ ਤੁਹਾਡਾ, ਅੱਗੇ ਕੋਸੀਕੈਂਟ ਥੀਟੇ ਦੀ ਵੈਲਿਊ ਪਤਾ ਕਰਨੀ ਆ। ਕੋਸੀਕੈਂਟ ਥੀਟੇ ਦਾ ਫਾਰਮੂਲਾ ਕੀ ਹੁੰਦਾ, ਕੋਸੀਕੈਂਟ ਥੀਟਾ ਤੁਹਾਡਾ ਹੁੰਦਾ 1/ਸਾਈਨ ਥੀਟਾ। ਮਤਲਬ ਹੁਣ ਕੋਸ 0 ਦੀ ਕੋਸੀਕੈਂਟ 0 ਦੀ ਵੈਲਿਊ ਪਤਾ ਕਰਨੀ ਆ ਤਾਂ 1/ਸਾਈਨ ਥੀਟਾ ਹੋ ਜੂ 1/0। 1/0 ਮਤਲਬ ਇਹ ਵੀ ਨੋਟ ਡਿਫਾਈਨਡ। ਉਸ ਤੋਂ ਬਾਅਦ ਕੋਸੀਕੈਂਟ 30 ਦੀ ਵੈਲਿਊ ਤਾਂ 1/ਸਾਈਨ 30, 1/ਸਾਈਨ 30 ਕਿੰਨਾ 1/2। ਇਹ 2 ਉੱਪਰ ਜਾ ਕੇ ਮਲਟੀਪਲਾਈ ਹੋ ਜਾਊਗਾ ਤਾਂ ਕਿੰਨੀ ਵੈਲਿਊ ਆ ਗਈ 2। ਤਾਂ ਕੋਸੀਕੈਂਟ 30 ਦੀ ਵੈਲਿਊ ਕਿੰਨੀ ਆ ਗਈ 2। ਕੋਸੀਕੈਂਟ 45 ਦੀ ਵੈਲਿਊ ਕਿੰਨੀ ਹੋ ਜੂ, ਇਹ 1/√2 ਆ, ਇਹਦਾ ਰਿਵਰਸ ਕਰ ਦਿਓ ਕਿੰਨਾ ਆ ਗਿਆ √2। ਇਹ √3/2 ਆ, ਇੱਥੇ ਕਿੰਨਾ ਹੋ ਜੂ 2/√3। ਇਹ 1 ਆ ਤਾਂ ਇੱਥੇ ਵੀ 1 ਹੀ ਰਹਿ ਜੂਗਾ। ਉਦੋਂ ਬਾਅਦ ਸੀਕੈਂਟ ਥੀਟਾ ਤੁਹਾਡਾ ਕੀ ਹੁੰਦਾ, ਅੱਗੇ ਆ ਤੁਹਾਡਾ ਸੀਕੈਂਟ ਥੀਟਾ ਕੀ ਹੁੰਦਾ 1/ਕੋਸ ਥੀਟਾ। ਕੋਸ ਥੀਟਾ ਦਾ ਰਿਵਰਸ ਕਰਨਾ ਹੁਣ ਆਪਾਂ ਸੀਕੈਂਟ ਥੀਟੇ 'ਚ। ਤਾਂ ਪਹਿਲਾਂ ਕੀ ਆ ਸੀਕੈਂਟ 0 ਦੀ ਵੈਲਿਊ ਇਹ 1 ਆ ਇੱਥੇ ਤਾਂ 1/, ਇਹ ਵੀ 1 ਦਾ ਰਿਵਰਸ 1 ਹੀ ਹੁੰਦਾ ਤਾਂ ਇੱਥੇ ਕੀ ਆ ਗਿਆ ਸੀਕੈਂਟ ਥੀਟਾ ਵੀ ਕਿੰਨਾ ਹੋ ਤੁਹਾਡਾ 1। ਉਦੋਂ ਅੱਗੇ ਕੀ ਇੱਥੇ √3/2 ਆ ਤਾਂ ਇਹਦਾ ਰਿਵਰਸ ਕਰ ਦਿਓ 2/√3। ਇੱਥੇ ਕੀ 1/√2 ਤਾਂ ਇੱਥੇ ਕੀ ਰਹਿ ਜੂਗਾ √2। ਉਸ ਤੋਂ ਬਾਅਦ ਇੱਥੇ 1/2 ਆ
तो इत्थे कितना रह जूगा 2, इत्थे 0 आ तो इत्थे कितना रह जूगा 1/0, जिहड़ा कि हुंदा नॉट डिफाइंड। उस तो बाद आ गया कोड थीटा। कोड थीटा तुहाडा की हुंदा 1/tan थीटा। कोड थीटे नूं आपां की करांगे tan थीटे नाल रिवर्स। सब तो पहला हो जू 1/0, कोड 0 की हो जूगा नॉट डिफाइंड। उस तो बाद कोड 30 की वैल्यू कितनी हो जू, tan 30 की वैल्यू कितनी 1/√3, ये इत्थे रिवर्स हो जू तो की रह जू इत्थे √3, इत्थे 1 आ तो इत्थे भी 1, इत्थे √3 आ इत्थे 1/√3 हो जू, इत्थे नॉट डिफाइंड आ तो इत्थे की हो जू 0 हो जू, क्योंकि 1/0 से ना यदि वैल्यू आप कढ़ी सी तो यह 0/1 हो जू, मतलब कि वैल्यू कितनी हो जू थोड़ी 0। ਜਾਂ ਇਹ कह लो कि जी tan दी वैल्यूआं उपर तो नीचे तक सी, इत्थे वही वैल्यूआं रिवर्स हो गई, इत्थों नीचे तो उपर शुरू हो गई। नॉट डिफाइंड है इत्थे भी नॉट डिफाइंड, आ √3 आ वो भी √3 आ 1 आ ये भी 1 आ 1/√3 आ 1/√3 आ वो 0 आ ये 0 आ। ਤਾਂ ਇਹ ਤੁਸੀਂ ਇਹ ਟੇਬਲ ਸਾਰਾ याद करना। एक्सरसाइज 8.2 सारी इस दे उत्ते बेस आ। तो हुण आपां इस तो बाद एक्सरसाइज शुरू करन जा रहे हैं। तो पहला पार्ट एक्सरसाइज 8.2 का फस्ट क्वेश्चन का फस्ट पार्ट sin 60 cos 30 प्लस sin 30 cos 60 ये वैल्यू पता करनी है आपां। तो इत्थे वैल्यू पुट करांगे टेबल के अकॉर्डिंग। sin 60 की वैल्यू हुंदी आ √3/2 इंटू cos 30 की वैल्यू हुंदी आ cos 30 की वैल्यू हुंदी आ ये भी √3/2 हुंदी आ प्लस sin 30 की वैल्यू कितनी हुंदी आ 1/2 cos 60 की वैल्यू कितनी हुंदी आ वो भी 1/2। इनू सोल्व करांगे तो ये थोड़ा हो गया 3/4 प्लस 1/4 एलसीएम लवांगे 3 + 1 4/4 कितना आ गया 1। तो आंसर कितना आ गया 1। सैकेंड पार्ट दे विच 2 tan स्क्वेयर 45 डिग्री प्लस cos स्क्वेयर 30 डिग्री माइनस sin स्क्वेयर 60 डिग्री। ये सोल्व करना आपां 2 tan स्क्वेयर 45 डिग्री प्लस cos स्क्वेयर 30 डिग्री माइनस sin स्क्वेयर 60 डिग्री। इन्हू सोल्व करने वैल्यू पुट करांगे 2 नूं एवें लिख लो। tan 45 की वैल्यू आपां पता कीती सी 1 हुंदी आ 1 का स्क्वेयर प्लस cos 30 की वैल्यू कितनी हुंदी आ √3/2 ਇਹਦਾ स्क्वेयर कर देंगे माइनस sin 60 का स्क्वेयर sin 60 की वैल्यू कितनी हुंदी आ √3/2 ਇਹਦਾ भी स्क्वेयर कर देंगे। इन्हू सोल्व करांगे 1 का स्क्वेयर 1 1 इंटू 2 2 प्लस ये कितना हो जू 3/4 माइनस ये कितना हो जू 3/4 3/4 ना 3/4 कैंसल की रह गया थोड़ा 2 आंसर आ गया। थर्ड पार्ट के cos 45 डिग्री बटा सीकेंड 30 डिग्री प्लस कोसीकेंट 30 डिग्री इन्हू सोल्व करना। तो cos 45 की वैल्यू देखांगे कितनी हुंदी आ 1/√2 बटा सीकेंड 30 की वैल्यू कितनी हुंदी आ सीकेंड 30 की वैल्यू याद करने लई तुहानूं cos 30 की वैल्यू पता होनी चाहिए आ। cos 30 की वैल्यू हुंदी आ √3/2 तो सीकेंड 30 की हो जू इहदा रिवर्स 2/√3 2/√3 बन गया है प्लस कोसीकेंट 30 की वैल्यू याद करने थोनों sin 30 की वैल्यू पता होनी चाहिए आ। sin 30 की वैल्यू होंगी 1/2 तो कोसीकेंट 30 की वैल्यू की हो जू इहदा रिवर्स तो 2 रह जू इत्थे। इस तो बाद इनू आपां सोल्व करांगे उपर 1/√2 आ नीचे की आ एलसीएम लवांगे √3 तो यह कितना हो जू 2 + 2√3 हो जू। इनू सोल्व करने लई 1/√2 इंटू ये चीज़ उपर जाके रिवर्स हो जू ये बन जूगी √3 उपर चल जू 2 + 2 √3 नीचे आ जू। तो यह थोड़ा की आंसर आ गया √3 बटा √2 मल्टीप्लाई कर देंगे ये 2√2 प्लस √2 ये मल्टीप्लाई करांगे जो √2 इंटू √3 2 रूट कितना बन जू थोड़ा 6 तो ये थोड़ा आंसर आ गया। फोर्थ पार्ट के
ਆਪਾਂ ਨੂੰ ਗਿਵਨ ਹੈ sin 30 प्लस tan 45 माइनस कोसिकेंट 60 अपॉन सीकेंट 30 प्लस cos 60 प्लस कोट 45। ਤਾਂ ਇਹਦੀ ਵੈਲਿਊ ਪਤਾ ਕਰਨੀ ਆ। ਵੈਲਿਊ ਭਰਾਂਗੇ ਆਪਾਂ ਇੱਥੇ। sin 30 ਦੀ ਵੈਲਿਊ ਕਿੰਨੀ ਹੁੰਦੀ ਆ 1/2 प्लस tan 45 ਦੀ ਵੈਲਿਊ ਕਿੰਨੀ ਹੁੰਦੀ ਆ 1 माइनस कोसिकेंट 60 ਦੀ ਵੈਲਿਊ। कोसिकेंट 60 ਦੀ ਵੈਲਿਊ ਲਈ ਤੁਹਾਨੂੰ sin 60 ਦੀ ਵੈਲਿਊ ਪਤਾ ਹੋਣੀ ਚਾਹੀਦੀ ਆ ਜਿਹੜੀ ਕਿ √3/2 ਹੁੰਦੀ ਆ। ਤਾਂ ਕੋਸਿकेंट 60 ਕੀ ਹੋ ਜੂ sin 60 ਹੈ ਜਿਹੜੀ ਇਹਦੀ ਵੈਲਿਊ ਇਹਦਾ ਰਿਵਰਸ, ਤਾਂ ਇਹ ਕਿੰਨੀ ਹੋ ਜੂ 2/√3 ਹੋ ਜੂ ਬਟਾ ਸੀਕੈਂਟ 30 ਦੀ ਵੈਲਿਊ ਆਪਾਂ cos 30 ਦੀ ਵੈਲਿਊ ਯਾਦ ਰੱਖਾਂਗੇ। cos 30 ਦੀ ਵੈਲਿਊ ਕਿੰਨੀ ਹੁੰਦੀ ਆ ਇਹ ਵੀ √3/2 ਹੁੰਦੀ ਆ। ਤਾਂ ਸੀਕੈਂਟ 30 ਕੀ ਹੋ ਜੂ 2/√3 प्लस cos 60 कितना होंदा 1/2 प्लस कोट 45 ये कितना होंदा 1। तो इन्हू सोल्व करांगे इत्थे उपर एलसीएम लवांगे √3 2√3 एलसीएम लवांगे उपर। तो इन्हू सोल्व करने लई इत्थे कितना आ जाऊगा उत्ते √3 इत्थे आ जाऊ 2√3 माइनस इत्थे कितना आ जाऊ 4। नीचे एलसीएम लवांगे 2√3 एलसीएम आ गया नीचे भी ये कितना हो जू इत्थे 2 इत्थे बच गए 2 × 2 4 प्लस इत्थे √3 बचूगा √3 एक नाल मल्टीप्लाई की √3 प्लस इत्थे कितना बच गया इत्थे 2√3 ही बच जू। तो इस तो बाद 2√3 प्लस √3 कितना होंदा 3√3 माइनस 4/2√3 इंटू आ सारी चीज़ उपर जाके रिवर्स हो जू 2√3 उपर चल जू 2 तो 1 3√3 हो जू ये 4 प्लस 3√3 2√3 कैंसल हो गया। आंसर क्या आ गया अपना 3√3 माइनस 4/3√3 प्लस 4। ये थोड़ा आंसर आ गया। इन्हें सोल्व करांगे। 5th पार्ट आ cos 60 की वैल्यू 1/2 इसका स्केयर प्लस 4 × सीकेंट 30 की वैल्यू सीकेंट 30 लिए cos 30 की वैल्यू पता होनी चाहिए। cos 30 होंगे √3/2 तो ये हो जू थोड़ा 2/√3 का स्केयर माइनस tan 45 1 होंगे 1 का स्केयर बटा sin स्केयर 30 1/2 का स्केयर cos 30 √3/2 का स्केयर। सोल्व करांगे इनू 5/4 ये कितना हो जू 2 का स्केयर 4 4 × 4 16 नीचे √3 का स्केयर 3 होंगे माइनस 1 इत्थे 1/4 प्लस 3/4 1/4 प्लस 3/4 ये थोड़ा कितना 1 बन जूगा। पर एलसीएम लवांगे 12 एलसीएम आ गया। तो इतने 3 बचे 5 थी 15 इतने 4 बचे 16 चौगे 64 माइनस इतने 12 बच गया अपॉन नीचे 4 एलसीएम 1 प्लस 3 तो नीचे तो 1 ही बच गया। इनू सोल्व करांगे 3 ये घट गए 3 64 के 3 67 67/12 नीचे थोड़ा कितना बच गया नीचे 1 ही बचया ये तो 1 ही होंगे तो आंसर कितना आ गया 67/12। अगे सैकेंड क्वेश्चन का फर्स्ट पार्ट आ ये अपन 4 ऑप्शन दिते हुए आप सोल्व करके दसना भी किहड़ा आंसर सही आ। तो इन्हू सोल्व करांगे 2 tan 30 कितना होंगे 1/√3 अपॉन 1 प्लस tan स्केयर 30 1/√3 का स्केयर उपर कितना हो गया 2/√3 नीचे कितना हो गया 1 प्लस 1/3 इन्हू सोल्व करांगे 2/√3 नीचे एलसीएम लवांगे 3 आ गया तो 3 प्लस 1 थोड़ा कितना बन गया ये 2/√3 उपर नीचे कितना बन गया 4/3 सोल्व करांगे इनू 2/√3 ये उपर जाके रिवर्स हो जू 3/4 बन जूगा। सोल्व करांगे इनू 2 तो कैंसल हो गया तो 3 की लिख सकते हैं आप इत्थे जां कह लो
3/2 रूट 3 आ गया। ਹੁਣ ਆਪਾਂ ਆਪਸ਼ਨ ਨਾਲ ਮੈਚ ਕਰਨਾ ਤਾਂ ਹੁਣ ਦੇਖੋ 3 ਨੂੰ ਕੀ ਲਿਖ ਸਕਦੇ ਹਾਂ, रूट 3 इंटू रूट 3 अपॉन 2 रूट 3। रूट 3 कैंसल हो गया, की आंसर आ गया रूट 3/2। ਹੁਣ ਆਪਸ਼ਨ 'ਚ ਦੇਖ ਕੇ ਦੱਸਣਾ रूट 3/2 ਕਿਹਦੀ ਵੈਲਿਊ ਹੁੰਦੀ ਹੈ, ਤਾਂ रूट 3/2 ਹੁੰਦੀ ਆ sin 60 ਦੀ ਵੈਲਿਊ। sin 60 ਦੀ ਵੈਲਿਊ ਹੁੰਦੀ ਆ रूट 3/2। cos 60 ਨਹੀਂ ਹੁੰਦਾ, tan 60 ਨਹੀਂ ਹੁੰਦਾ, sin 30 ਨਹੀਂ ਹੁੰਦਾ, ਤਾਂ ਇਹ ਆਪਸ਼ਨ ਆ ਜਾਊਗਾ ਆਨਸਰ ਆਪਣਾ। ਇਹਨੂੰ ਸੋਲਵ ਕਰਾਂਗੇ ਸੈਕਿੰਡ ਪਾਰਟ ਨੂੰ। 1 ਮਾਈਨਸ tan 45, tan 45 ਕਿੰਨਾ ਹੁੰਦਾ, 1 ਦਾ ਸਕੇਅਰ ਅਪੋਨ 1 ਪਲੱਸ tan 45 ਦਾ ਸਕੇਅਰ। ਇਹਨੂੰ ਸੋਲਵ ਕਰਾਂਗੇ 1 ਮਾਈਨਸ 1 ਦਾ ਸਕੇਅਰ 1 ਪਲੱਸ 1, ਇਹ ਹੋ ਗਿਆ ਤੁਹਾਡਾ 0/1, 0/2, ਮਤਲਬ ਕਿ ਆਨਸਰ ਆ ਗਿਆ 0। ਤਾਂ ਹੁਣ ਆਪਾਂ 0 ਦੇਖਣਾ ਆਪਸ਼ਨਾਂ 'ਚੋਂ ਕਿਹੜਾ ਬਣਦਾ। tan 90 ਨੋਟ ਡਿਫਾਈਨਡ ਹੁੰਦਾ, 1 ਹੈ ਨਹੀਂ, sin 45 ਵੀ ਨਹੀਂ ਹੁੰਦਾ 0, ਤਾਂ ਡੀ ਆਪਸ਼ਨ ਆ ਜਾਊ ਤੁਹਾਡਾ 0 ਆਨਸਰ ਆ ਗਿਆ, ਡੀ ਆਪਸ਼ਨ ਆਨਸਰ ਆ ਆਪਣਾ। ਥਰਡ ਪਾਰਟ ਦੇ ਵਿੱਚ ਆਪਾਂ ਨੂੰ ਪੁੱਛਿਆ ਗਾ ਵੀ sin 2a = 2 sin a ਕਦੋਂ ਹੋਊਗਾ, ਮਤਲਬ a ਦੀ ਕਿਸ ਵੈਲਿਊ 'ਤੇ ਹੋਊਗਾ। ਤਾਂ ਆਪਾਂ ਆਪਸ਼ਨ ਨਾਲ ਚੈੱਕ ਕਰਾਂਗੇ ਇਸ ਸਵਾਲ ਨੂੰ। ਤਾਂ ਸਭ ਤੋਂ ਪਹਿਲਾ ਆਪਸ਼ਨ ਹੈਗਾ 0 'ਤੇ ਪੁੱਟ ਕਰਕੇ ਦੇਖਾਂਗੇ ਤਾਂ ਇਹ ਕਿੰਨਾ ਬਣ ਗਿਆ 0 'ਤੇ। sin 0 ਕਿੰਨਾ ਹੁੰਦਾ ਆਪਣਾ, ਇੱਥੇ 0 ਪੁੱਟ ਕਰਾਂਗੇ sin 0 ਹੋ ਗਿਆ 0, ਇੱਧਰ ਵੀ sin 0 ਪੁੱਟ ਕਰਾਂਗੇ 0 ਹੋ ਗਿਆ, 0 × 2 0। sin 0 'ਤੇ ਇਹ ਸੈਟੀਸਫਾਈ ਕਰ ਗਿਆ। sin 30 'ਤੇ ਦੇਖਾਂਗੇ, sin 30 'ਤੇ ਇਹਦੀ ਵੈਲਿਊ ਹੁੰਦੀ ਆ 30 ਦੂਣੀ 60 ਹੋ ਜੂ, sin 60 ਹੋ ਜੂ, ਇਹ ਕਿੰਨਾ ਹੋ ਜੂ 2 sin 30। sin 60 ਦੀ ਵੈਲਿਊ ਕਿੰਨੀ ਹੁੰਦੀ ਆ रूट 3/2, sin 30 ਦੀ ਵੈਲਿਊ ਹੁੰਦੀ ਆ 1/2, ਜਿਹੜੀ ਕਿ ਇਹਦੇ ਬਰਾਬਰ ਨਹੀਂ ਹੈਗੀ। ਸੋ ਬੀ ਆਪਸ਼ਨ ਸੈਟੀਸਫਾਈ ਨਹੀਂ ਕਰੇਗਾ। sin 45 'ਤੇ ਦੇਖਾਂਗੇ, sin 45 'ਤੇ ਇਹ ਬਣ ਜੂ 90, ਇਹ ਬਣ ਜੂ sin 45, sin 90 1 ਹੁੰਦਾ, sin 45 ਕਿੰਨਾ ਹੁੰਦਾ 1/√2। ਇਹਨੂੰ ਕੈਂਸਲ ਕਰਾਂਗੇ, ਇਹ ਕਿੰਨਾ ਬਣ ਜੂ ਤੁਹਾਡਾ ਇੱਧਰ √2, ਜਿਹੜੇ ਕਿ ਆਪਸ 'ਚ ਬਰਾਬਰ ਨਹੀਂ ਹੈਗੇ। ਤਾਂ ਫੋਰਥ ਆਪਸ਼ਨ ਆ sin 60। sin 60 ਜਦੋਂ ਭਰਾਂਗੇ, ਮਤਲਬ a ਦੀ ਵੈਲਿਊ 60 ਆ, 60 ਇੱਥੇ ਭਰਾਂਗੇ, ਇਹ ਹੋ ਜੂ sin 120, ਇਹ ਹੋ ਜੂ 2 sin 60। sin 120 ਦੀ ਵੈਲਿਊ ਦੇਖਣ ਲਈ ਕੀ ਕਰਾਂਗੇ, ਇੱਕ ਫਾਰਮੂਲਾ ਹੁੰਦਾ sin, ਇਹਨੂੰ ਲਿਖਾਂਗੇ sin 90 + 30, ਇੱਧਰ ਆ ਜੂ 2 sin 60। sin 90 ਇਹ ਫਾਰਮੂਲਾ ਹੁੰਦਾ sin 90 + θ, ਉਹ ਤੁਹਾਡਾ ਬਣ ਜੂ cos θ, ਤਾਂ cos 30 ਹੋ ਜੂ, θ ਜੇ 30 ਆ, 2 sin 60, cos 30 ਦੀ ਵੈਲਿਊ √3/2, sin 60 ਦੀ ਵੈਲਿਊ √3/2, 2 ਨਾਲ 2 ਕੈਂਸਲ, ਇੱਧਰ √3 ਰਹਿ ਗਿਆ, ਇੱਧਰ √3/2, ਜਿਹੜੀ ਕਿ ਬਰਾਬਰ ਨਹੀਂ ਹੈਗੀ। ਤਾਂ ਸਿਰਫ ਜਿਹੜਾ A ਆਪਸ਼ਨ ਆ 0 ਡਿਗਰੀ ਉਸ 'ਤੇ ਇਹ ਸੈਟੀਸਫਾਈ ਕਰਦਾ, ਤਾਂ ਤੁਹਾਡਾ A ਆਪਸ਼ਨ ਆਨਸਰ ਹੋ ਜਾਊਗਾ, ਬਾਕੀਆਂ 'ਤੇ ਸੈਟੀਸਫਾਈ ਨਹੀਂ ਕਰੇਗਾ। ਤਾਂ ਸਿਰਫ A ਆਪਸ਼ਨ ਆ 0 ਡਿਗਰੀ ਜਿਸ 'ਤੇ ਇਹ ਇਕੁਏਸ਼ਨ ਸੈਟੀਸਫਾਈ ਕਰ ਰਹੀ ਆ, ਬਾਕੀ ਹੋਰ ਕਿਸੇ ਆਪਸ਼ਨ 'ਤੇ ਇਹ ਸੈਟੀਸਫਾਈ ਨਹੀਂ ਕਰੇਗੀ, ਤਾਂ ਆਪਸ਼ਨ A ਇਜ਼ ਦਾ ਆਨਸਰ। ਫੋਰਥ ਪਾਰਟ ਦੇ ਵਿੱਚ ਆਪਾਂ ਨੂੰ ਗਿਵਨ ਆ, ਇਹਨੂੰ ਆਪਾਂ ਸੋਲਵ ਕਰਨਾ। ਤਾਂ ਵੈਲਿਊ ਪੁੱਟ ਕਰਾਂਗੇ, tan 30 ਦੀ ਵੈਲਿਊ 1/√3, 1 ਮਾਈਨਸ 1/√3 ਦਾ ਸਕੇਅਰ। ਸੋਲਵ ਕਰਾਂਗੇ ਇਹਨੂੰ, 2/√3 ਹੋ ਗਿਆ, ਨੀਚੇ ਕਿੰਨਾ ਹੋ ਜੂ 1 ਮਾਈਨਸ 1/3। ਇਹਨੂੰ ਸੋਲਵ ਕਰਾਂਗੇ 2/√3, ਇਹ ਕਿੰਨਾ ਹੋ ਜੂ 3 LCM ਆ ਗਿਆ, 3 ਮਾਈਨਸ 1, 2/√3 ਬਟਾ 3 ਮਾਈਨਸ 1 ਕਿੰਨਾ ਹੁੰਦਾ 2/3 ਬਣ ਜੂ। ਅੱਗੇ ਉਹਨੂੰ ਸੋਲਵ ਕਰਨ ਲਈ 2/√3, ਆ ਨਿਚਲੀ ਰਕਮ ਉੱਪਰ ਜਾ ਕੇ ਰਿਵਰਸ ਹੋ ਜੂ, 3/2 ਬਣ ਜੂ, ਇਹ 2 ਨਾਲ 2 ਕੈਂਸਲ, 3/√3 ਆ ਗਿਆ। 3 ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, √3 × √3, ਨੀਚੇ √3 ਹੈਗਾ ਹੀ ਆ, ਤਾਂ √3 ਨਾਲ √3 ਕੈਂਸਲ, ਕਿੰਨਾ ਆਨਸਰ ਆ ਗਿਆ √3। √3 ਕਿਹੜੇ ਆਪਸ਼ਨ 'ਚ ਬਣਦਾ ਦੇਖੋ, cos 60 ਨਹੀਂ ਹੈਗਾ, sin 60 ਨਹੀਂ ਹੈਗਾ, tan 60 ਹੁੰਦਾ √3, sin 30 ਵੀ ਨਹੀਂ ਹੈਗਾ, ਤਾਂ ਸੀ ਆਪਸ਼ਨ ਇਜ਼ ਦਾ ਆਨਸਰ। ਥਰਡ ਸਵਾਲ ਦੇ ਵਿੱਚ ਆਪਾਂ ਨੂੰ ਗਿਵਨ ਆ tan a + b ਦੀ ਵੈਲਿਊ √3, tan a - b ਦੀ ਵੈਲਿਊ 1/√3,
ਤੇ ਨਾਲ ਆਪਾਂ ਨੂੰ ਇਹ ਵੀ ਕਿਹਾ ਵੀ a + b ਦਾ ਜੋੜ ਆ ਜਿਹੜਾ ਉਹ 0 ਤੋਂ 90 ਦੇ ਵਿੱਚ ਆ, ਮਤਲਬ ਕਿ 0 ਤੋਂ ਵੱਡਾ 90 ਜਾਂ 90 ਦੇ ਬਰਾਬਰ ਆ। 90 ਤੋਂ ਵੱਡਾ ਨਹੀਂ ਹੈਗਾ, ਮਤਲਬ ਕਿ 90 ਤੋਂ ਛੋਟਾ ਜਾਂ 90 ਦੇ ਬਰਾਬਰ ਆ। ਤਾਂ ਇਹਨੂੰ ਸੋਲਵ ਕਰਨ ਲਈ ਕੀ ਕਰਨਾ, ਆਪਾਂ ਸਭ ਤੋਂ ਪਹਿਲਾਂ a ਤੇ b ਐਂਗਲ ਪਤਾ ਕਰਨੇ ਆ। a ਤੇ b ਐਂਗਲ ਪਤਾ ਕਿਵੇਂ ਕਰਾਂਗੇ, ਹੁਣ ਦੇਖੋ tan a + b ਨੂੰ ਇੱਦਾਂ ਹੀ ਲਿਖ ਲਓ, ਇੱਧਰ √3 ਆ। ਹੁਣ tan ਕਿੰਨੇ ਦੀ ਵੈਲਿਊ √3 ਹੁੰਦੀ ਆ, ਇਹ ਪਤਾ ਹੋਣੀ ਚਾਹੀਦੀ ਆਪਾਂ ਨੂੰ। ਤਾਂ ਆਪਾਂ ਨੂੰ ਪਤਾ ਕਿ tan 60 ਦੀ ਵੈਲਿਊ √3 ਹੁੰਦੀ ਆ, ਤਾਂ ਇਹਨੂੰ ਆਪਾਂ √3 ਨੂੰ tan 60 ਲਿਖ ਲਿਆ। ਸਿਰਫ ਦੋਨੇ ਪਾਸੇ tan ਆ ਗਿਆ, ਤਾਂ ਇੱਥੋਂ ਕੀ ਹੋ ਜੂ tan a + b tan 60 ਦੇ ਬਰਾਬਰ ਆ। ਇਹਦਾ ਮਤਲਬ ਕੀ ਹੋ ਜੂਗਾ, a + b ਕਿਹਦੇ ਬਰਾਬਰ ਰਹਿ ਗਿਆ 60 ਡਿਗਰੀ ਦੇ। tan a + b = tan 60 ਆ, ਮਤਲਬ a + b ਕੀ ਆ ਗਿਆ 60 ਡਿਗਰੀ ਆ ਗਿਆ। ਉਵੇਂ ਸੈਕਿੰਡ ਕੇਸ ਦੇ ਵਿੱਚ tan a - b 1/√3 ਆ, ਤਾਂ tan a - b tan 1/√3 ਕਦੋਂ ਹੁੰਦਾ, tan ਦੀ ਵੈਲਿਊ tan 30 ਡਿਗਰੀ ਤੇ 30 ਡਿਗਰੀ ਤੇ 1/√3 ਹੁੰਦੀ ਆ। ਤਾਂ ਹੁਣ tan a - b ਕਿੰਨਾ ਆ ਗਿਆ tan 30। ਇਹਦਾ ਮਤਲਬ ਕੀ ਆ a - b ਦੀ ਵੈਲਿਊ ਕਿੰਨੀ ਆ ਗਈ 30 ਡਿਗਰੀ। ਤਾਂ ਇੱਥੇ ਇਹਨਾਂ ਦੋਨੋਂ ਕੁਐਸਚਨਾਂ ਨੂੰ ਆਪਾਂ ਸੋਲਵ ਕਰਾਂਗੇ। a + b 60 ਆ, a - b 30 ਆ। ਇਹਨਾਂ ਨੂੰ ਸੋਲਵ ਕਰਨ ਲਈ ਇਹ ਕੈਂਸਲ ਹੋ ਗਏ। ਜਦੋਂ ਇਹਨਾਂ ਨੂੰ ਐਡ ਕਰਾਂਗੇ ਤਾਂ ਇਹ ਕੀ ਹੋ ਗਿਆ, ਇੱਧਰ 2a ਬਣ ਗਿਆ, ਇਹ ਬਣ ਗਿਆ ਇੱਧਰ 90 ਡਿਗਰੀ। ਤਾਂ a ਦੀ ਵੈਲਿਊ ਕਿੰਨੀ ਆ ਗਈ 45 ਡਿਗਰੀ। ਹੁਣ a ਦੀ ਵੈਲਿਊ 45 ਡਿਗਰੀ ਆ, ਤੇ a + b ਆਪਣੇ ਕੋਲ ਕਿੰਨਾ ਗਾ 60 ਡਿਗਰੀ। ਤਾਂ b ਦੀ ਵੈਲਿਊ ਕਿੰਨੀ ਹੋ ਜੂ, ਜਾਂ ਇੱਥੇ ਪੁੱਟ ਕਰ ਲਓ 45 - b 30 ਡਿਗਰੀ, b ਉੱਧਰ ਚਲਾ ਗਿਆ 30 ਇੱਧਰ ਆ ਗਿਆ, b ਦੀ ਵੈਲਿਊ ਕਿੰਨੀ ਰਹਿ ਗਈ 15 ਡਿਗਰੀ। ਤਾਂ a ਤੇ b ਤੁਹਾਡੇ 45 ਤੇ 15 ਡਿਗਰੀ, ਇਹ ਆਨਸਰ ਆ। ਅੱਗੇ ਫੋਰਥ ਪਾਰਟ ਆ। ਫੋਰਥ ਕੁਐਸਚਨ ਹੈ 'ਚ ਆਪਾਂ ਟਰੂ ਫਾਲਸ ਦੱਸਣਾ। ਇਹਦੇ ਫਸਟ ਪਾਰਟ 'ਚ ਆਪਾਂ ਨੂੰ ਸਟੇਟਮੈਂਟ ਗਿਵਨ ਆ, ਆਪਾਂ ਦੱਸਣੀ ਆ ਕਿ ਇਹ ਟਰੂ ਆ ਕਿ ਫਾਲਸ ਆ। ਤਾਂ ਇਹਨੂੰ ਸੋਲਵ ਕਰਨ ਲਈ ਸਭ ਤੋਂ ਪਹਿਲਾਂ ਇੱਕ ਐਗਜ਼ਾਮਪਲ ਲਵਾਂਗੇ। ਆਪਾਂ ਮੰਨਾਂਗੇ a ਦੀ ਵੈਲਿਊ 30 ਡਿਗਰੀ, b ਦੀ ਵੈਲਿਊ 60 ਡਿਗਰੀ। ਇੱਥੇ ਪੁੱਟ ਕਰਾਂਗੇ sin 30 + 60, ਇੱਧਰ ਹੀ ਪੁੱਟ ਕਰਾਂਗੇ sin 30 + sin 60। ਇਹਨੂੰ ਸੋਲਵ ਕਰਾਂਗੇ 60 + 30 90, sin 90 ਕਿੰਨਾ ਹੁੰਦਾ, ਜਾਂ ਇਹ ਲਿਖ ਲਓ sin 90 ਬਣ ਗਿਆ ਇਹ, sin 30 + sin 60। sin 90 ਦੀ ਵੈਲਿਊ ਪਤਾ ਆਪਾਂ ਕਿੰਨੀ ਹੁੰਦੀ ਹੈ 1 ਹੁੰਦੀ ਆ। sin 30 ਦੀ ਵੈਲਿਊ ਕਿੰਨੀ ਹੁੰਦੀ ਹੈ 1/2, ਇਹ ਹੁੰਦੀ ਹੈ √3/2। ਸੋਲਵ ਕਰਾਂਗੇ ਐਲਸੀਐਮ ਲਵਾਂਗੇ, ਇੱਥੇ 2 ਆ ਗਿਆ, ਉੱਪਰ ਕਿੰਨਾ ਆ ਗਿਆ √3 + 1। ਤਾਂ ਆਪਾਂ ਨੂੰ ਦੇਖ ਕੇ ਪਤਾ ਲੱਗ ਰਿਹਾ ਵੀ ਇਹ ਦੋਨੇ ਇਕੁਅਲ ਨਹੀਂ ਹੈਗੇ, ਤਾਂ ਇਹਦੇ ਲਈ ਇਹ ਸਟੇਟਮੈਂਟ ਕੀ ਹੋ ਗਈ ਗਲਤ ਹੋ ਗਈ, ਫਾਲਸ ਆ ਗਿਆ ਪਹਿਲੇ ਦਾ ਆਨਸਰ। ਸੈਕਿੰਡ ਪਾਰਟ 'ਚ ਕਹਿੰਦੇ ਆ ਦ ਵੈਲਿਊ ਆਫ sin θ ਇਨਕਰੀਜ਼ਿਜ਼ ਐਜ θ ਇਨਕਰੀਜ਼ਿਜ਼, ਮਤਲਬ sin θ ਦੀ ਵੈਲਿਊ ਵੱਧ ਜਾਂਦੀ ਆ ਥੀਟੇ ਨੂੰ ਵਧਾਉਣ ਨਾਲ। ਤਾਂ ਇਹਦਾ ਆਨਸਰ ਕੀ ਆ ਟਰੂ। ਆਪਾਂ ਦੇਖਿਆ ਜਿਵੇਂ sin 0 ਦੀ ਵੈਲਿਊ ਕਿੰਨੀ ਹੁੰਦੀ ਆ 0, ਫਿਰ sin 30 ਦੀ ਵੈਲਿਊ ਕਿੰਨੀ ਹੋ ਜਾਂਦੀ ਹੈ 1/2। ਉਸ ਤੋਂ ਬਾਅਦ sin 45 ਦੀ ਵੈਲਿਊ 1/√2 ਹੋ ਜਾਂਦੀ ਆ, ਦੈਨ √3/2 ਹੋ ਜਾਂਦੀ ਆ, ਫਿਰ 1 ਹੋ ਜਾਂਦੀ ਆ। ਹੁਣ ਤੁਸੀਂ ਦੇਖੋ sin 0 ਦੀ ਵੈਲਿਊ 0 ਸੀ, sin 90 ਦੀ ਵੈਲਿਊ 1 ਹੋ ਗਈ, ਮਤਲਬ ਕਿ ਵੈਲਿਊ ਇਨਕਰੀਜ਼ ਹੋ ਰਹੀ ਹੈ ਜਦੋਂ ਆਪਾਂ ਥੀਟਾ ਵਧਾਉਂਦੇ ਹਾਂ। ਤਾਂ ਸੈਕਿੰਡ ਪਾਰਟ ਦਾ ਆਨਸਰ ਟਰੂ ਹੋ ਜਾਊਗਾ। ਥਰਡ ਪਾਰਟ ਦੇ ਵਿੱਚ ਕਹਿੰਦੇ ਆ ਦ ਵੈਲਿਊ ਆਫ cos θ ਇਨਕਰੀਜ਼ਿਜ਼ ਐਜ θ ਇਨਕਰੀਜ਼ਿਜ਼, ਇਹ ਆਨਸਰ ਤੁਹਾਡਾ ਫਾਲਸ ਹੋ ਜਾਊਗਾ, ਕਿਉਂਕਿ ਆਪਾਂ ਟੇਬਲ ਦੇ ਵਿੱਚ ਵੈਲਿਊਆਂ ਜਦੋਂ ਲਿਖ ਰਹੇ ਸੀ ਤਾਂ ਆਪਾਂ ਨੂੰ ਪਤਾ cos 0 ਦੀ ਵੈਲਿਊ ਕਿੰਨੀ ਹੁੰਦੀ ਹੈ 1, ਦੈਨ ਉਸ ਤੋਂ ਬਾਅਦ ਕਿੰਨਾ 30 ਦੀ ਵੈਲਿਊ ਕਿੰਨੀ ਹੋ ਜਾਂਦੀ ਆ √3/2, ਮਤਲਬ ਕਿ ਵੈਲਿਊ 1 ਤੋਂ ਘੱਟ ਗਈ। 45 ਤੇ 1/√2 ਹੋ ਜਾਂਦੀ ਆ, ਫਿਰ 1/2 ਹੋ ਜਾਂਦੀ ਆ, cos 90 ਦੀ ਵੈਲਿਊ 0 ਹੋ ਜਾਂਦੀ ਆ। ਤਾਂ ਥੀਟਾ ਦੀ ਵੈਲਿਊ ਵਧਾਉਣ ਨਾਲ cos ਦੀ ਵੈਲਿਊ ਘੱਟਦੀ ਜਾਂਦੀ ਆ, ਇਸ ਲਈ ਇਹ ਆਪਸ਼ਨ ਤੁਹਾਡਾ ਫਾਲਸ ਹੋ ਜਾਊਗਾ ਥਰਡ ਵਾਲਾ। ਫੋਰਥ ਆਪਸ਼ਨ ਦੇ ਵਿੱਚ ਕਹਿੰਦੇ ਆ sin θ = cos θ ਹੋਊਗਾ ਫॉर ਆਲ ਵੈਲਿਊਜ਼ ਆਫ ਥੀਟਾ, ਥੀਟੇ ਦੀਆਂ ਸਾਰੀਆਂ ਵੈਲਿਊਆਂ ਦੇ ਲਈ ਇਹ ਇਕੁਏਸ਼ਨ ਕਹਿੰਦੇ ਇਕੁਅਲ ਹੋਊਗੀ, ਤਾਂ ਇਹ ਵੀ ਫਾਲਸ ਹੋ ਜੂ। ਇਹਨੂੰ ਆਪਾਂ ਪ੍ਰੂਵ ਕਰ ਸਕਦੇ ਹਾਂ। ਥੀਟਾ ਦੀ ਵੈਲਿਊ 0 ਲੈ ਲਓ, 0 ਡਿਗਰੀ ਦੇ ਉੱਤੇ sin 0 ਕਿੰਨਾ ਹੋ ਜਾਂਦਾ 0,
ਕੋਸ 0 ਕਿੰਨਾ ਹੋ ਜਾਂਦਾ 1, ਜਿਹੜੇ ਕਿ ਬਰਾਬਰ ਨਹੀਂ ਹੈਗੇ, ਤਾਂ ਇਹ ਵੀ ਤੁਹਾਡਾ ਕੀ ਹੋ ਜੂ ਫਾਲਸ। 5th ਪਾਰਟ ਦੇ ਵਿੱਚ ਕਹਿੰਦੇ ਆ ਕੋਟ A ਇਜ਼ ਨੋਟ ਡਿਫਾਈਨਡ ਫੋਰ A = 0 ਡਿਗਰੀ। ਕਹਿੰਦੇ ਕੋਟ A ਡਿਫਾਈਨ ਨਹੀਂ ਹੈਗਾ A ਦੀ ਵੈਲਿਊ 0 ਡਿਗਰੀ 'ਤੇ। ਹੁਣ ਕੋਟ A ਕੀ ਹੁੰਦਾ ਕੋਸ A ਬਟਾ ਸਾਈਨ A। ਸੋਲਵ ਕਰਾਂਗੇ, ਕੋਸ 0 ਦੀ ਵੈਲਿਊ ਕਿੰਨੀ ਹੁੰਦੀ ਆ 1, ਸਾਈਨ 0 ਦੀ ਵੈਲਿਊ 0, ਤਾਂ 1/0 ਜਿਹੜਾ ਕਿ ਨੋਟ ਡਿਫਾਈਨਡ ਹੁੰਦਾ, ਤਾਂ ਤੁਹਾਡਾ 5th ਆਪਸ਼ਨ ਕੀ ਹੋ ਜੂ ਟਰੂ ਹੋ ਜੂਗਾ। ਨੋਟ ਡਿਫਾਈਨਡ ਆ A ਦੀ ਵੈਲਿਊ 0 ਡਿਗਰੀ 'ਤੇ। ਇਹ ਤੁਹਾਡੀ 8.2 ਐਕਸਰਸਾਈਜ਼ ਕੰਪਲੀਟ ਹੋ ਗਈ। ਨੈਕਸਟ ਵੀਡੀਓ ਦੇ ਵਿੱਚ ਆਪਾਂ 8.3 ਸ਼ੁਰੂ ਕਰਾਂਗੇ, ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ। ਥੈਂਕ ਯੂ।